ਸਾਰੀ ਦੁਨੀਆ ਵਾਸਤੇ ਬੜਾ ਵੱਡਾ ਸ਼ਾਇਰ ਸੀ। ਮੇਰੇ ਵਾਸਤੇ ਪੂਰੀ ਦੁਨੀਆ ਹੀ ਤਜਮਲ ਕਰੀਮ ਸੀ। ਇਸ ਤੋਂ ਵੱਡਾ ਸਦਮਾ ਮੇਰੇ ਵਾਸਤੇ ਕੋਈ ਨਹੀਂ, ਇਸ ਤੋਂ ਵੱਡਾ ਖਲਾ ਮੇਰੇ ਵਾਸਤੇ ਕੋਈ ਨਹੀਂ। ਸਾਵੇ ਸੁੱਕ ਜਾਂਦੇ ਨੇ, ਦਿਲ ਜਦ ਲੱਗਦਾ ਹੈ, ਸੁੱਖ ਆਪੇ ਮੁੱਕ ਜਾਂਦੇ, ਸਾਵੇ ਸੁੱਕ। ਕਮਾਲ ਕਮਾਲ, ਕੀ ਬਾਤ ਹੈ, ਕੀ ਬਾਤ। ਸ਼ਾਇਰੀ ਦਾ ਮੈਨੂੰ ਸ਼ੌਕ ਨਹੀਂ ਸੀ। ਪ੍ਰੋਗਰਾਮਾਂ ਤੇ ਮੈਂ ਇਹਨਾਂ ਦੇ ਨਾਲ ਸਿਰਫ ਜਾਂਦਾ ਸਾਂ ਕਿ ਮੁਲਤਾਨ ਦਾ ਬਾਜ਼ ਹੁੰਦਾ ਹੈ, ਸੱਜਣਾ ਨੂੰ ਕੰਡ ਕਰੀਏ, ਅੱਲਾ ਪਾਕ ਨਾਰਾਜ਼ ਹੁੰਦਾ। ਮੈਂ ਜਦੋਂ ਇਹ ਸੁਣਿਆ ਮੇਰੇ ਅੰਦਰ ਬਸ ਐਵੇਂ ਖੁੜਕ ਗਈ ਗੱਲ। ਉਹਨਾਂ ਗੁੱਸੇ ਨਾਲ ਮੈਨੂੰ ਕਿਹਾ ਵੀ ਤੈਨੂੰ ਐਡਾ ਸ਼ੌਕ ਹੈ ਨਾ, ਤੂੰ ਕਰਕੇ ਵੇਖ ਲੈ। ਮੈਨੂੰ ਇਹ ਗੱਲ ਜਿਹੜੀ ਸੀ ਉਸ ਵਕਤ ਬਹੁਤ ਬੁਰੀ ਲੱਗੀ ਸੀ। ਉਹ ਜਦੋਂ ਮੈਂ ਉਹਨਾਂ ਨੂੰ ਮਾਹੀਏ ਸੁਣਾਏ, ਉਹਨਾਂ ਫਿਰ ਮੈਨੂੰ ਜਿਹੜਾ ਨਾ ਥਾਪੜੀ ਦਿੱਤੀ। ਤੈਨੂੰ ਇਸ ਵਾਸਤੇ ਹੀ ਕਿਹਾ ਸੀ ਕਿ ਸ਼ਾਇਦ ਇਹ ਤੂੰ ਕਰ ਲੈਂਦਾ। ਹੁਣ ਤੂੰ ਇਹਨਾਂ ਨੂੰ ਤੋੜ ਚੜਾਉਣਾ ਹੈ ਔਰ ਇਹਨਾਂ ਦੀ ਤੂੰ ਕਿਤਾਬ ਦੇਣੀ ਹੈ। ਟੁੱਟਦੀ ਵੰਗ ਵੇਖੀ ਕੱਚ ਤੇ ਬਿਨੀ ਦੀ, ਮੈਂ ਅੱਖੀਂ ਜੰਗ ਵੇਖੀ ਟੁੱਟਦੀ ਵੰਗ ਵੇਖੀ। ਕੀ ਬਾਤ ਹੈ, ਬਹੁਤ ਖੂਬ। ਤਜਮਲ ਸਾਹਿਬ ਹਰ ਕਿਸਮ ਦਾ ਮਿਜ਼ਾਜ ਰੱਖਦੇ ਸਨ। ਸਟਾਰ ਤੋਂ ਤਜਮਲ ਸਾਹਿਬ ਬਹੁਤ ਜ਼ਿਆਦਾ ਗੁੱਸੇ ਵਾਲੇ ਸਨ। ਜਿਹੋ ਜਿਹਾ ਬੰਦਾ ਹੁੰਦਾ ਸੀ ਉਹੋ ਜਿਹਾ ਉਹ ਵਰਤ ਲੈਂਦੇ ਸਨ। ਰੇਤਾ ਦੇ ਕੋਲ ਕਰਕੇ ਗੱਡੀ ਆਈ ਸਾਡੀ, ਤੇ ਤਜਮਲ ਸਾਹਿਬ ਮੈਨੂੰ ਕਹਿੰਦੇ ਕਿ ਓਏ ਬਾਊ, ਇੱਕ ਉਹਨੇ ਚਿਰ ਨੂੰ ਸਾਡੀ ਮੋਟਰਸਾਈਕਲ ਜਿਹੜੀ ਸੀ ਉਹ ਘੱਟੇ 'ਚ ਵੜ ਚੁੱਕੀ ਸੀ। ਅਸੀਂ ਥੱਲੇ ਡਿੱਗ ਪਏ ਵੀ ਉਸੇ ਘੱਟੇ 'ਚ ਇਹ ਡਿੱਗਿਆ ਸੀ ਤੇ ਉਸੇ ਘੱਟੇ 'ਚ ਹੀ ਮੈਂ ਡਿੱਗਿਆ ਸਾਂ। ਪਰ ਅਸੀਂ ਖੈਰ ਦੋਵੇਂ ਹੀ ਹੱਸੇ। ਅੱਖ ਦੀ ਬਾਰੀ 'ਚ ਸੱਜਣ ਛੱਡ ਦਿੱਤੇ, ਦੋ ਨਾਗ ਪਟਾਰੀ 'ਚੋਂ ਅੱਖ ਦੀ ਬਾਰੀ। ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਉਰਦੂ ਕੈਨੇਡਾ ਅਫੀਸ਼ੀਅਲ ਸੈਯਦ ਇਜਾਜ਼ ਗਿਲਾਨੀ ਤੁਹਾਡੇ ਨਾਲ ਅਸੀਂ ਅੱਜ ਹਾਜ਼ਰ ਹਾਂ ਇੱਕ ਨਵੇਂ ਮਹਿਮਾਨ ਦੇ ਨਾਲ। ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਸਤਾਦ ਤਜਮਲ ਕਲੀਮ ਜਿਹੜੇ ਬਹੁਤ ਵੱਡੇ ਸ਼ਾਇਰ ਹੋਏ ਨੇ, ਜ਼ਿਲ੍ਹਾ ਕਸੂਰ ਚੂੜੀਆਂ ਨਾਲ ਉਹਨਾਂ ਦਾ ਤਲਕ ਸੀ। ਫਿਰ ਉਹਨਾਂ ਨੇ ਪੂਰੇ ਪਾਕਿਸਤਾਨ ਤੇ ਪੂਰੀ ਦੁਨੀਆ ਤੇ ਲਹਿੰਦੇ ਚੜ੍ਹਦੇ ਪੰਜਾਬ 'ਚ ਜਿਹੜੀ ਹੈ ਇੱਕ ਸ਼ੋਹਰਤ ਪਾਈ ਹੈ ਔਰ ਉਹਨਾਂ ਦੇ ਫਾਲੋਅਰ ਬੇਸ਼ੁਮਾਰ ਯਾਨੀ ਲੱਖਾਂ ਦੀ ਤਾਦਾਦ 'ਚ ਨੇ। ਅਸੀਂ ਇੱਕ ਸੀਰੀਜ਼ ਲੈ ਕੇ ਚੱਲ ਰਹੇ ਹਾਂ ਉਹਨਾਂ ਦੇ ਕਲਾਮ, ਉਹਨਾਂ ਦੇ ਫਨ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਜਿਹੜੇ ਵੀ ਉਹਨਾਂ ਦੇ ਫਾਲੋਅਰਸ ਨੇ, ਚਾਹਣ ਵਾਲੇ ਨੇ, ਤਾਂ ਕਿ ਉਹਨਾਂ ਨੂੰ ਅਸੀਂ ਇਹ ਜਾਣਕਾਰੀ ਦਈਏ। ਤੇ ਉਹ ਸਭ ਤੋਂ ਵੱਡਾ ਜਿਹੜਾ ਇਹਦਾ ਸੋਰਸ ਹੈ, ਉਹਨਾਂ ਦੇ ਸੈਂਕੜੇ ਸ਼ਾਗਿਰਦ ਨੇ, ਉਹਨਾਂ ਦੇ ਜ਼ਾਤੀ ਦੋਸਤ ਨੇ ਔਰ ਉਹਨਾਂ ਦੇ ਨਾਲ ਜਿਹੜੇ ਮਿਲਣ ਵਰਤਣ ਵਾਲੇ ਲੋਕ ਨੇ, ਜਿਹੜੇ ਵੀ ਮੁਕਾਮੀ ਨੇ ਜਾਂ ਬਾਕੀ ਜਗ੍ਹਾ ਤੇ ਆਉਂਦੇ ਜਾਂਦੇ, ਉਹਨਾਂ ਨਾਲ ਮੁਲਾਕਾਤ ਮੁਸ਼ਾਇਰਿਆਂ 'ਚ ਸਜੇ ਖੱਬੇ ਹੁੰਦੀ ਰਹੀ ਹੈ। ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬਹੁਤ ਹੀ ਕਰੀਬ ਉਹਨਾਂ ਦੇ ਰਹੇ ਨੇ, ਜਿਨ੍ਹਾਂ ਨੇ ਉਹਨਾਂ ਤੋਂ ਕਸਬੇ ਫੈਜ਼ ਯਾਨੀ ਪਾਇਆ ਹੈ, ਤੇ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦੇ ਅੰਦਰ ਵੀ ਕਿਵੇਂ ਉਹਨਾਂ ਨੇ ਉਹਨਾਂ ਨੂੰ ਮਹਿਸੂਸ ਕੀਤਾ। ਬਾਅਦ ਉਹਨਾਂ 'ਚ ਬੜੇ ਅੱਛੇ ਸ਼ਾਇਰ ਨੇ, ਜਿਹੜੇ ਸ਼ਾਗਿਰਦ ਵੀ ਨੇ, ਦੋਸਤ ਵੀ ਨੇ ਉਹਨਾਂ ਦੇ ਸਾਰੇ। ਤੇ ਉਹਨਾਂ ਦੇ ਵਿੱਚੋਂ ਹੀ ਅੱਜ ਸਾਡੇ ਨਾਲ ਮੁਹੰਮਦ ਅਲੀ ਸ਼ਾਕਰ, ਜਿਹੜੇ ਕਿ ਅਲੀ ਸ਼ਾਕਰ ਦੇ ਨਾਂ ਤੋਂ ਸ਼ਾਇਰੀ ਕਰਦੇ ਨੇ ਔਰ ਖ਼ਾਸ ਤੌਰ ਤੇ ਮਾਹੀਏ ਦੇ ਕਮਾਲ ਸ਼ਾਇਰ ਨੇ। ਔਰ ਉਹਨਾਂ ਦੀ ਇੱਕ ਕਿਤਾਬ ਜਿਹੜੀ ਹੈ ਉਹ ਵੀ ਮੰਜ਼ਰ-ਏ-ਆਮ ਤੇ ਆ ਗਈ ਹੈ ਤੇ ਅੱਜ ਉਹ ਸਾਡੇ ਨਾਲ ਮੌਜੂਦ ਨੇ। ਖ਼ਾਸ ਤੌਰ ਤੇ ਉਹ ਤਜਮਲ ਸਾਹਿਬ ਦੀ ਜਿਹੜੀ ਜ਼ਿੰਦਗੀ ਹੈ, ਉਹਨਾਂ ਦੇ ਫਨ ਨੇ ਔਰ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਤਲਕ ਸੀ ਉਹਦੇ ਬਾਰੇ ਖ਼ਾਸ ਤੌਰ ਤੇ ਗੱਲ ਕਰਨਗੇ। ਤੇ ਉਹਨਾਂ ਦੇ ਮਾਹੀਏ ਦੇ ਜਦੀਦ ਜਿਹੜੇ ਰੁਝਾਨਾਤ ਤੇ ਸ਼ਾਇਰੀ ਹੈ ਤੇ ਉਹਨਾਂ ਦੀ ਕਿਤਾਬ ਦੇ ਹਵਾਲੇ ਨਾਲ ਵੀ ਗੱਲ ਹੋਏਗੀ। ਤੇ ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਏਗੀ। ਤੇ ਆਓ ਮਿਲਨੇ ਆ ਅਲੀ ਸ਼ਾਕਰ ਦੇ ਨਾਲ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਜਾਜ਼ ਸਾਹਿਬ, ਤੁਹਾਡਾ ਸਭ ਤੋਂ ਪਹਿਲੇ ਤੇ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਕਿ ਤੁਸੀਂ ਸਾਨੂੰ ਤਜਮਲ ਕਲੀਮ ਦੀ ਵਫਾਤ ਦੇ ਬਾਰੇ 'ਚ ਗੱਲਬਾਤ ਕਰਨ ਦਾ ਮੌਕਾ ਦਿੱਤਾ ਹੈ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਦਿੱਤਾ ਤੇ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਸੀ ਕਾਫੀ ਦੇਰ ਤੋਂ, ਤੇ ਅੱਜ ਤੁਸੀਂ ਸਾਡੇ ਨਾਲ ਮੌਜੂਦ ਹੋ। ਤੇ ਇਹ ਦੱਸੋ ਸਾਰਿਆਂ ਤੋਂ ਪਹਿਲੇ ਕਿ ਮੈਂ ਆਪਣੇ ਇੰਟਰੋ 'ਚ ਵੀ ਤੁਹਾਡਾ ਤਜਮਲ ਕਲੀਮ ਹੋਰਾਂ ਨਾਲ ਤਲਕ ਦੱਸਿਆ ਹੈ ਕਿ ਤੁਸੀਂ ਬੜਾ ਪੁਰਾਣਾ ਉਹਨਾਂ ਦੇ ਨਾਲ ਜਿਹੜੀ ਹੈ ਤੁਹਾਡੀ ਰਫਾਕਤ ਰਹੀ ਹੈ। ਤੇ ਤੁਹਾਨੂੰ ਉਹਨਾਂ ਦੇ ਯਾਨੀ ਜਾਣ ਤੇ ਉਹਨਾਂ ਦੀ ਵਫਾਤ ਤੇ ਤੁਹਾਨੂੰ ਕਿਵੇਂ ਲੱਗਿਆ, ਕੀ ਮਹਿਸੂਸ ਕੀਤਾ ਤੁਸੀਂ? ਮੈਂ ਸਮਝਦਾ ਕਿ ਸਾਰੀ ਦੁਨੀਆ ਵਾਸਤੇ ਤਜਮਲ ਕਲੀਮ ਸੀ, ਬੜਾ ਵੱਡਾ ਸ਼ਾਇਰ ਸੀ। ਮਗਰ ਮੈਂ ਇਸ ਪੱਖ ਨਾਲ ਨਹੀਂ, ਮੇਰਾ ਚੂੰਕਿ ਤਲਕ ਇਸ ਕਿਸਮ ਦਾ ਸੀ, ਇੰਨੇ ਅਰਸੇ ਤੋਂ ਸੀ ਕਿ ਮੇਰੇ ਵਾਸਤੇ ਉਹ ਕੋਈ ਇੱਕ ਪੱਖ ਦੇ ਮੈਂ ਗੱਲ ਨਹੀਂ ਕਰ ਸਕਦਾ। ਉਹ ਮੇਰੇ ਵਾਸਤੇ ਪੂਰੀ ਦੁਨੀਆ ਹੀ ਤਜਮਲ ਕਲੀਮ ਸੀ। ਤਜਮਲ ਕਲੀਮ ਦੇ
ਪਰਦਾ ਵਟਾਉਣ ਤੋਂ ਬਾਅਦ ਮੈਂ ਸਮਝਣਾ ਕਿ ਮੇਰੀ ਤੇ ਸਾਰੀ ਜਿਹੜੀ ਨਾ ਦੁਨੀਆ ਉਜੜ ਚੁੱਕੀ ਹੈ। ਇਸ ਤੋਂ ਵੱਡਾ ਸਦਮਾ ਮੇਰੇ ਵਾਸਤੇ ਕੋਈ ਨਹੀਂ, ਇਸ ਤੋਂ ਵੱਡਾ ਖਲਾ ਮੇਰੇ ਵਾਸਤੇ ਕੋਈ ਨਹੀਂ, ਨਾ ਹੀ ਕੋਈ ਹੋਰ ਕੋਈ ਚੀਜ਼ ਵੀ ਇਹਨੂੰ ਪੂਰਾ ਕਰ ਸਕਦੀ ਹੈ। ਜੀ ਤੁਹਾਡੀ ਵਾਕਈ ਜਿਹੜੀ ਹੈ ਤੁਸੀਂ ਯਾਨੀ ਇੱਕ ਆਪਣੇ ਦਿਲੀ ਜਜ਼ਬਾਤ ਦਾ ਇਜ਼ਹਾਰ ਕੀਤਾ ਹੈ। ਇਥੋਂ ਮਾਲੂਮ ਹੁੰਦਾ ਹੈ ਕਿ ਤੁਹਾਡਾ ਉਹਨਾਂ ਨਾਲ ਜਿਹੜਾ ਪਿਆਰ ਤਲਕ ਸੀ ਉਹ ਕਿਸ ਹੱਦ ਤੱਕ ਸੀ। ਤੇ ਤੁਸੀਂ ਸਾਨੂੰ ਇਹ ਦੱਸੋ ਵੀ ਤਜਮਲ ਕਲੀਮ ਜਿਹੜੇ ਕਿ ਮਲਕ ਤਜਮਲ ਕਲੀਮ ਹੀ ਸਨ, ਯਾਨੀ ਸ਼ਾਇਰੀ ਤੋਂ ਪਹਿਲੇ ਤੁਸੀਂ ਜਾਣਦੇ ਹੋ, ਉਹਨਾਂ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੈ ਉਹ ਕਿਵੇਂ ਤੇ ਕਦੋਂ, ਉਹਦੇ ਬਾਰੇ ਜ਼ਰਾ ਸਾਨੂੰ ਦੱਸੋ, ਉਹਦੇ ਸਾਂਝ ਪਾਓ ਕਿ ਕਿੱਥੇ ਤੁਸੀਂ ਬੈਠਕ ਹੁੰਦੀ ਸੀ, ਮੁਲਾਕਾਤ ਅੱਗੇ ਵਧਦੀ ਕਿੱਥੋਂ ਤੱਕ ਗੱਲ ਗਈ ਜਿਹੜੀ ਹੈ, ਤੇ ਸ਼ੁਰੂ ਕਿੱਥੋਂ? ਸ਼ਾਇਰੀ ਦੇ ਹਵਾਲੇ ਨਾਲ ਤੇ ਦੋਸਤੀ ਨਹੀਂ ਸੀ ਮੇਰੀ, ਸ਼ਾਇਰੀ ਤੇ ਬਹੁਤ ਬਾਅਦ ਦੀ ਗੱਲ ਹੈ। ਤਜਮਲ ਕਲੀਮ 1979 ਦੇ ਵਿੱਚ ਮੈਂ ਮੈਟ੍ਰਿਕ ਕੀਤਾ ਸੀ ਤੇ ਉਸ ਵਕਤ ਉਸ ਤੋਂ ਬਾਅਦ ਮੈਂ ਤਕਰੀਬਨ ਫਾਰਗ ਸਾਂ, ਕਾਲਜ 'ਚ ਦਾਖਲਾ ਲਿਆ ਤੇ ਅਸੀਂ ਜ਼ਿਆਦਾਤਰ ਨਾ ਇੱਥੇ ਤਾਸ਼ ਖੇਡੀ ਦੀ ਸੀ ਚੌਕ ਦੇ ਵਿੱਚ। ਤੇ ਤਜਮਲ ਸਾਹਿਬ ਜਿਹੜੇ ਸਨ ਉਹ ਤਾਸ਼ ਦਾ ਬੜਾ ਸ਼ੌਕ ਰੱਖਦੇ ਸਨ ਔਰ ਉਹਨਾਂ ਨਾਲ ਮੇਰੀ ਸਭ ਤੋਂ ਪਹਿਲੀ ਮੁਲਾਕਾਤ ਜਿਹੜੀ ਹੈ ਉਹ ਤਾਸ਼ ਦੇ ਉੱਤੇ ਹੀ ਹੋਈ ਸੀ। ਔਰ ਉਹਨਾਂ ਨੂੰ ਤਾਸ਼ ਉਵੇਂ ਉਹ ਖੇਡਣੀ ਨਹੀਂ ਸੀ ਆਉਂਦੀ, ਬਲਕਿ ਮੈਂ ਇੰਝ ਕਹਾਂਗਾ ਕਿ ਤਜਮਲ ਸਾਹਿਬ ਨੇ ਤਾਸ਼ ਮੇਰੇ ਕੋਲੋਂ ਸਿੱਖੀ ਔਰ ਮੈਨੂੰ ਉਹ ਤਾਸ਼ ਦਾ ਉਸਤਾਦ ਵੀ ਮੰਨਦੇ ਰਹੇ। ਬੜਿਆਂ ਦੋਸਤਾਂ ਅੱਗੇ ਜਦੋਂ ਗੱਲਬਾਤ ਹੁੰਦੀ ਸੀ ਤੇ ਉਹ ਅਕਸਰ ਇਹ ਗੱਲ ਕਹਿੰਦੇ ਸਨ ਵੀ ਬੜੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਾਊ ਨੂੰ ਮੈਂ ਸਿਖਾਈਆਂ ਨੇ, ਮਗਰ ਤਾਸ਼ ਜਿਹੜੀ ਇਹ ਮੈਨੂੰ ਬਾਊ ਨੇ ਸਿਖਾਈ, ਇਹ ਬਾਊ ਮੇਰਾ ਉਸਤਾਦ ਹੈ। ਤੇ ਸਾਡੀ ਜਿਹੜੀ ਦੋਸਤੀ ਹੈ ਉਹ ਤਾਸ਼ ਤੋਂ ਹੀ ਸ਼ੁਰੂ ਹੋਈ ਸੀ। ਇਹ 1979-80 ਦੀ ਗੱਲ ਹੈ, ਮਗਰ ਉਹ ਦੋਸਤੀ ਉਸ ਤੋਂ ਬਾਅਦ ਫਿਰ ਇੰਜ ਦੀ ਦੋਸਤੀ ਬਣੀ ਹੈ ਕਿ ਅੱਜ ਤੱਕ ਜਿਹੜਾ ਉਹ ਸਾਡੇ 'ਚ ਖਲਾ ਪੈਦਾ ਨਹੀਂ ਹੋਇਆ। ਅੱਛਾ, ਇਹ ਤਾਂ ਤੁਸੀਂ ਸਾਨੂੰ ਦੱਸਿਆ ਹੈ ਬੜੀ ਤਫਸੀਲ ਨਾਲ, ਤੇ ਇੱਥੋਂ ਅੰਦਾਜ਼ਾ ਹੁੰਦਾ ਹੈ ਕਿ ਤੁਸੀਂ ਉਹਨਾਂ ਦੇ ਨਾਲ ਯਾਨੀ ਇੱਕ ਯਾਰੀ ਦੋਸਤੀ ਜਾਂ ਇੱਕ ਜਿਹੜਾ ਤਲਕ ਉਹ ਇੰਨਾ ਮਜ਼ਬੂਤ ਹੋਇਆ ਕਿ ਜਾਣਾਂ ਵੀ ਜਿਹੜਾ ਦਾਏ ਬਾਏ ਉਹਦੇ 'ਚ ਵੀ ਤੁਸੀਂ ਨਾਲ ਹੀ ਰਹਿ ਜੇ। ਤੇ ਇਹ ਦੱਸੋ ਵੀ ਸ਼ਾਇਰੀ ਦੇ ਹਵਾਲੇ ਨਾਲ ਜਿਹੜੀ ਹੈ ਉਹ ਤੁਸੀਂ ਕਿਵੇਂ ਤਜਮਲ ਸਾਹਿਬ ਨਾਲ ਜਿਹੜੀ ਹੈ ਤੁਹਾਡੀ यानी एक होता है ना कि ऐसी खास बैठक या ऐसा जड़ा है वो खास मौका आता है कि तुसी कोई ज़ाहिर शायर दे नाल एक लिखण वाले नाल या एक दानिशवर दे नाल बैठो तो कुछ ना कुछ तां तुसी हासिल करदे ही हो ना। ते इस हवाले नाल तुहाडी किवें मुलाकात हुई? मैं शायरी दा मैनूं शौक नहीं सी, ना ही कोई सी, मगर अंदर कोई है सी ਜਿਹੜਾ ਨਾ ਮੈਨੂੰ ਸ਼ੇਰ ਦੀ ਸਮਝ ਸੀ ਕਿ ਸ਼ੇਰ ਕੀ ਹੁੰਦਾ ਹੈ, ਕਿਸ ਤਰ੍ਹਾਂ। ਅਸੀਂ ਅਕਸਰ ਉਰਦੂ ਸ਼ਾਇਰੀ ਪੜ੍ਹਦੇ ਸਾਂ, ਫਰਾਜ਼ ਦੀ ਪੜ੍ਹ ਲਈ, ਪ੍ਰਵੀਨ ਸ਼ਾਕਰ ਪੜ੍ਹ ਲਿਆ, ਮੋਹਸਿਨ ਨਕਵੀ ਪੜ੍ਹਿਆ, ਇਹ ਚੀਜ਼ਾਂ ਸਾਰੀਆਂ ਸਨ ਮੌਜੂਦ। ਤੇ ਤਜਮਲ ਉਸ ਵਕਤ ਉਰਦੂ ਸ਼ਾਇਰ ਸੀ, ਉਰਦੂ ਸ਼ਾਇਰੀ ਕਰਦਾ ਸੀ। ਇਹਨਾਂ ਦੇ ਨਾਲ ਅਕਸਰ ਮੈਂ ਪ੍ਰੋਗਰਾਮਾਂ 'ਤੇ ਪੱਤੋ ਕਿ ਸਾਡੀਆਂ ਸਿਟੀਆਂ ਹੋਣੀਆਂ, ਰਜ਼ਾ ਹਸਨ ਸਾਹਿਬ, ਰਾਣਾ ਸਈਦ ਅਖਤਰ ਸਾਹਿਬ, ਅਸੀਂ ਸਾਰੇ ਜਿਹੜਾ ਮੈਂ ਇਹਨਾਂ ਦੇ ਨਾਲ ਸਿਰਫ ਜਾਂਦਾ ਸਾਂ ਤੇ ਮੈਂ ਸ਼ੇਰ ਸੁਣਦਾ ਸਾਂ। ਮੈਨੂੰ ਸ਼ੌਕ ਸੀ ਸੁਣਨ ਦਾ, ਸ਼ੇਰ ਕਹਿਣ ਦਾ ਨਹੀਂ ਸੀ। ਇਹਨਾਂ ਦੇ ਨਾਲ ਸੁਣਦਿਆਂ ਅਖੀਰ ਇਸ ਹੱਦ ਤੱਕ ਪਹੁੰਚੇ ਕਿ ਮੈਂ ਇੱਕ ਦਿਨ ਤਜਮਲ ਸਾਹਿਬ ਨੂੰ ਆਣ ਕੇ ਕਿਹਾ, ਬੈਠਕ ਦੇ ਵਿੱਚ ਤਾਂ ਅਸੀਂ ਇਕੱਠੇ ਰੋਜ਼ ਹੋਈਦਾ ਸੀ, ਮੈਂ ਉਹਨਾਂ ਨੂੰ ਇਹ ਕਿਹਾ ਵੀ ਮਾਈਆ ਜਿਹੜਾ ਹੈ, ਕਿਉਂਕਿ ਉਹ ਅੱਲਾ ਤਲੂਨੇ ਵਾਲੇ ਦਾ ਇੱਕ ਗੀਤ ਹੈ ਸੀ, ਮੈਂ ਛਮ ਛਮ ਨੱਚਦੀ ਫਿਰਾਂ ਬੋਲੇ ਚੀਚੀ ਵਿੱਚ ਸੱਜਣਾ ਦਾ ਛੱਲਾ, ਉਹਦੇ 'ਚ ਨਾ ਇੱਕ ਮਾਈਆ ਉਹਨੇ ਕਿਹਾ ਕਿ ਮੁਲਤਾਨ ਦਾ ਬਾਜ਼ ਹੁੰਦਾ ਹੈ, ਸੱਜਣਾ ਨੂੰ ਕੰਡ ਕਰੀਏ ਅੱਲਾ ਪਾਕ ਨਾਰਾਜ਼ ਹੁੰਦਾ ਹੈ। ਮੈਂ ਜਦੋਂ ਇਹ ਸੁਣਿਆ ਤੇ ਮੈਂ ਇਹਦੇ 'ਤੇ ਥੋੜ੍ਹਾ ਜਿਹਾ ਗੌਰ ਕੀਤਾ, ਮੇਰੇ ਅੰਦਰ ਬਸ ਐਵੇਂ ਜਿਵੇਂ ਖੁੜਕ ਗਈ ਗੱਲ ਕਿ ਮੁਲਤਾਨ ਦੇ ਬਾਜ਼ ਦਾ ਥੱਲੇ ਵਾਲਾ ਮਿਸਰਾ ਤਾਂ ਬਹੁਤ ਅੱਛਾ ਸੀ, ਮਗਰ ਮੁਲਤਾਨ ਦੇ ਬਾਜ਼ ਦਾ ਇੰਨਾ ਤਲਕ ਹੀ ਕੋਈ ਰੈਲੇਵੈਂਸੀ ਮੈਨੂੰ ਸਮਝ ਨਾ ਆਈ। ਤੇ ਮੈਂ ਤਜਮਲ ਸਾਹਿਬ ਨੂੰ ਆਣ ਕੇ ਮੈਂ ਕਿਹਾ ਕਿ ਇਹ ਮਾਈਏ ਦੇ ਵਿੱਚ ਸ਼ਾਇਰੀ ਨਹੀਂ ਹੋ ਸਕਦੀ। ਉਹ ਕਹਿੰਦੇ ਕੀ ਮਤਲਬ, ਕੀ ਗੱਲ ਵਾਜ਼ਿਆ ਕਰ।
ਮੈਂ ਕਿਹਾ ਵੀ ਮੈਂ ਇੱਕ ਮਾਹੀਆ ਸੁਣਿਆ ਕਿ ਮੁਲਤਾਨ ਦਾ ਬਾਜ਼ ਹੁੰਦਾ ਹੈ, ਸੱਜਣਾ ਨੂੰ ਕੰਡ ਕਰੀਏ ਅੱਲਾਹ ਪਾਕ ਨਾਰਾਜ਼ ਹੁੰਦਾ ਹੈ। ਇੱਕ ਤੇ ਨਾਰਾਜ਼ ਤੇ ਬਾਜ਼ ਕਾਫੀਆ ਜਿਹੜਾ ਹੈ ਇਹ ਨਹੀਂ। ਦੂਸਰੀ ਗੱਲ ਇਹ ਵੇ ਕਿ ਮੁਲਤਾਨ ਦੇ ਬਾਜ਼ ਦਾ ਇੱਥੇ ਕੋਈ ਤਲਕ ਵਾਸਤਾ ਨਹੀਂ, ਇਹਦੇ ਨਾਲ ਤਲਕ ਹੋਣਾ ਚਾਹੀਦਾ। ਉਹ ਮੈਨੂੰ ਬਜਾਏ ਇਸ ਦੇ ਕਿ ਕੋਈ ਗੱਲ ਦੱਸਦੇ ਅੱਗੋਂ, ਉਹਨਾਂ ਗੁੱਸੇ ਨਾਲ ਮੈਨੂੰ ਇੰਜ ਕਰਕੇ ਕਿਹਾ ਵੀ ਤੈਨੂੰ ਐਡਾ ਸ਼ੌਕ ਹੈ ਨਾ ਰੈਲੇਵੈਂਸੀ ਸਾਬਤ ਕਰਨ ਦਾ ਜਾਂ ਸ਼ਾਇਰ ਬਣਦਾ, ਤੇ ਤੂੰ ਕਰਕੇ ਵੇਖ ਲੈ। ਮੈਨੂੰ ਇਹ ਗੱਲ ਜਿਹੜੀ ਸੀ ਉਸ ਵਕਤ ਬਹੁਤ ਬੁਰੀ ਲੱਗੀ ਸੀ। ਖੈਰ ਮੈਂ ਉਸ ਗੱਲ ਨੂੰ ਦਿਲ ਤੇ ਲਿਆ ਤੇ ਮੈਂ ਚਲਾ ਗਿਆ। ਅਗਲੇ ਦਿਨ ਹੀ ਮੈਂ ਨਾ ਉਹਦੇ ਤੇ 8-10 ਮਾਹੀਏ ਕਹਿ ਇਸ ਟਾਈਪ ਦੇ, ਤੇ ਮੈਂ ਕਹਿ ਕੇ ਆ ਗਿਆ। ਮੈਂ ਕਿਹਾ ਜੀ ਜਮਲ ਸਾਹਿਬ ਇਹ ਜ਼ਰਾ ਚੈੱਕ ਕਰੋ ਮਾਹੀਏ, ਇਹਨਾਂ ਦੀ ਜ਼ਰਾ ਰੈਲੇਵੈਂਸੀ ਚੈੱਕ ਕਰੋ ਤੇ ਇਹਨਾਂ ਦੇ ਕਾਫੀਏ ਵੇਖੋ, ਮਤਲਬ ਵੇਖੋ ਵੀ ਇਹ ਹਮ ਮਤਲਬ ਹੈ ਵੀ ਇਹਦਾ ਕੋਈ ਤਲਕ ਵਾਸਤਾ ਹੈਗਾ ਕਿ ਨਹੀਂ ਹੈਗਾ। ਉਹ ਜਦੋਂ ਮੈਂ ਉਹਨਾਂ ਨੂੰ ਮਾਹੀਏ ਸੁਣਾਏ, ਉਹਨਾਂ ਫਿਰ ਮੈਨੂੰ ਜਿਹੜਾ ਨਾ ਥਾਪੜੀ ਦਿੱਤੀ, ਐਪਰੀਸ਼ੀਏਟ ਕੀਤਾ ਕਿ ਯਾਰ ਮੈਂ ਤੈਨੂੰ ਇਸ ਵਾਸਤੇ ਹੀ ਕਿਹਾ ਸੀ ਕਿ ਸ਼ਾਇਦ ਇਹ ਤੂੰ ਕਰ ਲਵੇਂ, ਤੇ ਮਗਰ ਗੱਲ ਸੁਣ ਮੇਰੀ, ਬਹੁਤ ਅੱਛੇ ਮਾਹੀਏ ਤੂੰ ਕਹਿ ਨੇ, ਤੇ ਹੁਣ ਪਿੱਛੇ ਨਾ ਹਟੀ। ਹੁਣ ਤੂੰ ਇਹਨਾਂ ਨੂੰ ਤੋੜ ਚੜਾਉਣਾ ਹੈ ਔਰ ਇਹਨਾਂ ਦੀ ਤੂੰ ਕਿਤਾਬ ਦੇਣੀ ਹੈ। ਉਸ ਦਿਨ ਤੋਂ ਬਾਅਦ ਮੈਂ ਉਸ ਮਾਹੀਏ ਦੇ ਮਗਰ ਲੱਗ ਗਿਆ, ਤੇ ਮੈਂ ਫਿਰ ਅਲਹਮਦੁਲਿਲਾ ਉਹਨਾਂ ਨੇ ਚੂੰਕਿ ਥਾਪੜੀ ਦੇ ਦਿੱਤੀ ਸੀ ਮੈਨੂੰ, ਕੰਡ ਤੇ ਉਹ ਸਨ, ਉਹ ਉਸਤਾਦ ਵੀ ਮੇਰੇ ਬਣ ਗਏ। ਤੇ ਮੈਂ ਜੋ ਕੁਝ ਫਿਰ ਲਿਖ ਕੇ ਲਿਆਇਆ, ਮੈਂ ਮਾਹੀਏ ਨੂੰ ਬੜੀ ਹੱਦ ਤੱਕ ਬੜੀ ਤੇਜ਼ੀ ਨਾਲ ਲਿਖਿਆ ਔਰ ਉਹ ਕਿਤਾਬ ਨੂੰ ਮੈਂ ਪੂਰਾ ਕੀਤਾ, ਜਿਹੜੀ ਕਿ ਕੰਧਾਂ ਉੱਗੀਆਂ ਦੇ ਨਾਂ ਦੇ ਉੱਤੇ ਅੱਜ ਵੀ ਮੌਜੂਦ ਹੈ। 2007 ਦੇ ਵਿੱਚ ਮੇਰੀ ਕਿਤਾਬ ਆਈ ਸੀ, ਮਗਰ ਮਾਹੀਆ ਮੈਂ ਬੜੀ ਦੇਰ ਪਹਿਲਾਂ ਤੋਂ ਕਹਿਣਾ ਸ਼ੁਰੂ ਕਰਤਾ, 96-97 ਦੀ ਗੱਲ ਹੈ। ਤੇ ਇਸ ਤਰ੍ਹਾਂ ਜਿਹੜਾ ਸੀ ਨਾ ਮੈਂ ਇਸ ਸ਼ਾਇਰੀ ਯਾਨੀ ਕਿ ਬੱਲੇ ਆਇਆ, ਔਰ ਉਹਨਾਂ ਹੀ ਮੇਰਾ ਨਾਮ ਅਸਲ ਮੁਹੰਮਦ ਅਲੀ ਸ਼ਾਕਰ ਸੀ, ਉਹਨਾਂ ਹੀ ਅਲੀ ਸ਼ਾਕਰ ਮੇਰਾ ਨਾਮ ਜਿਹੜਾ ਸੀ ਨਾ ਕਲਮੀ ਨਾਮ ਤਜਵੀਜ਼ ਕੀਤਾ ਸੀ ਕਿ ਤੁਸੀਂ ਹੁਣ ਅਲੀ ਸ਼ਾਕਰ ਦੇ ਨਾਂ ਦੇ ਉੱਤੇ ਜਿਹੜਾ ਨਾ ਤੁਸੀਂ ਆਪਣੇ ਮਾਹੀਏ ਵੀ ਕਹਿਣੇ ਨੇ ਜਾਂ ਕਿਤਾਬ ਦੇਣੀ ਹੈ ਜੋ ਵੀ ਦੇਣਾ। ਅੱਛਾ, ਇਹ ਤੁਸੀਂ ਵਾਕਈ ਦਿਲਚਸਪ ਹੈ ਕਿ ਤੁਸੀਂ ਮਾਹੀਏ ਕਹਿਣੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਦੇ ਮਿਜ਼ਾਜ ਦੇ ਬਾਰੇ ਵੀ ਦੱਸਿਆ। ਤੇ ਤੁਸੀਂ ਇਹ ਦੱਸੋ ਵੀ ਕਿਹੜੇ ਐਸੇ ਤੁਹਾਡੇ ਮਾਹੀਏ ਸਨ, ਕਲਾਮ ਸੀ, ਕਿਉਂਕਿ ਤੁਸੀਂ ਇੱਕ ਆਪਣੇ ਤੌਰ ਤੇ ਇੱਕ ਜਦੀਦੀਅਤ ਦੇ ਹਵਾਲੇ ਨਾਲ ਕੋਸ਼ਿਸ਼ ਕੀਤੀ, ਤੇ ਸਾਨੂੰ ਇਹ ਦੱਸੋ ਵੀ ਕਿਹੜੇ ਉਹ ਮਾਹੀਏ ਜਾਂ ਕਿਹੜਾ ਤੁਹਾਡਾ ਕਲਾਮ ਸੀ ਜਿਹਨੂੰ ਤਜੱਮਲ ਹੋਰਾਂ ਤੋਂ ਯਾਨੀ ਪਸੰਦੀਦਗੀ ਤੇ ਦਾਦ ਮਿਲੀ ਹੋਵੇ। ਸਭ ਤੋਂ ਪਹਿਲਾ ਮਾਹੀਆ ਮੈਨੂੰ ਯਾਦ ਹੈ ਕਿ ਉਹ ਮੈਂ ਕਿਹਾ ਸੀ ਕਿ ਸਾਵੇ ਸੁੱਕ ਜਾਂਦੇ, ਸਾਵੇ ਸੁੱਕ ਜਾਂਦੇ, ਦਿਲ ਜਦ ਲੱਗਦਾ ਏ ਸੁੱਖ ਆਪੇ ਮੁੱਕ ਜਾਂਦੇ, ਸਾਵੇ ਸੁੱਕ ਜਾਂਦੇ। ਇਸ ਮਾਹੀ ਉੱਤੇ ਹੀ ਮੈਨੂੰ ਉਹਨਾਂ ਬਹੁਤ ਐਪਰੀਸ਼ੀਏਟ ਕਰਤਾ ਸੀ ਕਿ ਬਿਲਾਸ਼ੁਬਾ ਜਿਹੜੇ ਸਾਵੇ ਤੂੰ ਸੁਕਾਏ ਨੇ ਬਹੁਤ ਅੱਛੇ ਸੁਕਾਏ ਨੇ। ਤੇ ਮੈਂ ਇੱਥੋਂ ਹੀ ਸ਼ੁਰੂ ਹੋਇਆ ਸਾਂ। ਟੁੱਟਦੀ ਵੰਗ ਵੇਖੀ ਕੱਚ ਤੇ ਵਿਨੀ ਦੀ, ਮੈਂ ਅੱਖੀਂ ਜੰਗ ਵੇਖੀ ਟੁੱਟਦੀ ਵੰਗ ਵੇਖੀ। ਅੱਛਾ, ਤੁਹਾਨੂੰ ਮਾਹੀਏ ਜਦੀਦ ਮਾਹੀਏ ਦੀ ਜਿਹੜੀ ਸਿਨਫ ਹੈ ਉਹਦਾ ਯਾਨੀ ਸੁਰਖੇਲ ਕਿਹਾ ਜਾਂਦਾ ਹੈ ਤੇ ਕਮਾਲ ਸ਼ਾਇਰ ਵੀ ਹੋ। ਤੁਸੀਂ ਸਾਨੂੰ ਇਹ ਦੱਸਣਾ ਹੈ ਕਿ ਕਿਹੜਾ ਉਹ ਖਿਆਲ ਜਾਂ ਉਹ ਤਕਨੀਕ ਤੁਸੀਂ ਇਸਤੇਮਾਲ ਕੀਤੀ ਹੈ ਜਿਹੜੀ ਪਹਿਲੇ ਮਾਹੀਏ 'ਚ ਨਹੀਂ ਸੀ, ਤੇ ਤੁਸੀਂ ਉਹਨੂੰ ਇੱਕ ਯਾਨੀ ਡਾਇਰੈਕਸ਼ਨ ਦਿੱਤੀ ਹੈ ਔਰ ਉਹਨੂੰ ਇੱਕ ਜਿਹੜਾ ਹੈ ਉਹ ਜਿਵੇਂ ਤੁਸੀਂ ਦੱਸਦੇ ਹੋ ਕਿ ਰੈਲੇਵੈਂਸ ਜਿਹੜੀ ਹੈ ਉਹ ਉਹਦੇ 'ਚ ਲਿਆਂਦੀ ਹੈ। ਇਸ ਬਾਰੇ ਕੁਝ ਸਾਨੂੰ ਤੇ ਸਾਡੇ ਨਾਜ਼ਰੀਨ ਨੂੰ ਦੱਸੋ। ਉਹ ਨੰਬਰ 1 ਤਾਂ ਇਹ ਸੀ ਕਿ ਜਿਹੜਾ ਪਹਿਲਾ ਮਿਸਰਾ ਕਿਹਾ ਜਾਂਦਾ ਸੀ ਨਾ ਜੀ, ਉਹ ਬਿਲਕੁਲ ਹੀ ਬੇਤੁਕਾ ਹੁੰਦਾ ਸੀ, ਸਿਰਫ ਔਰ ਸਿਰਫ ਕਾਫੀਏ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਸੀ। ਉਹਦਾ ਕੋਈ ਥੱਲੇ ਕਿਸੇ ਮਿਸਰੇ ਦੇ ਨਾਲ ਕੋਈ ਤਲਕ ਕੋਈ ਮਤਲਬ ਨਹੀਂ ਸੀ ਹੁੰਦਾ। ਸਭ ਤੋਂ ਪਹਿਲੇ ਤਾਂ ਮੈਂ ਇਹ ਕੋਸ਼ਿਸ਼ ਕੀਤੀ ਕਿ ਮੈਂ ਮਾਹੀਆ ਬਾ ਮਕਸਦ ਉੱਤੇ ਜਿਹੜਾ ਨਾ ਉਹਨੂੰ ਮਿਸਰਾ ਦਿਆਂ। ਦੂਸਰੀ ਜਿਹੜੀ ਮੇਰੀ ਕੋਸ਼ਿਸ਼ ਸੀ ਉਹ ਇਹ ਸੀ ਕਿ ਇਹ ਰਿਪੀਟ ਹੋਵੇ, ਜਦੋਂ ਵਾਪਸ ਆਵੇ ਫਿਰ ਵੀ ਇਹ ਆਪਣਾ ਮਾਨਾ ਚੇਂਜ ਵੀ ਕਰੇ ਤੇ ਇਹ ਉਹਦੇ ਨਾਲ ਰੈਲੇਵੈਂਸੀ ਦੀ ਸਾਬਤ ਵੀ ਹੋਵੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਤੜਕੇ ਲਾ ਦਿੱਤੇ
ਤੜਕੇ ਲਾ ਦਿੱਤੇ, ਚੜ੍ਹਦੇ ਸੂਰਜ ਨੂੰ ਮੈਂ ਤੜਕੇ ਲਾ ਦਿੱਤੇ, ਤੜਕੇ ਲਾ ਦਿੱਤੇ। ਅੱਖ ਦੀ ਬਾਰੀ ਚੋਂ, ਅੱਖ ਦੀ ਬਾਰੀ ਚੋਂ ਸੱਜਣ ਛੱਡ ਦਿੱਤੇ, ਦੋ ਨਾਗ ਪਟਾਰੀ ਚੋਂ ਅੱਖ ਦੀ ਬਾਰੀ ਚੋਂ। ਇਹ ਚੂੰਕਿ ਨਾਲ ਰਿਪੀਟ ਵੀ ਹੋ ਰਿਹਾ, ਜਦੋਂ ਉਹਨੂੰ ਵਾਪਸ ਤੁਸੀਂ ਬੋਲੋਗੇ ਤੇ ਉਹ ਤੁਹਾਨੂੰ ਆਪਣਾ ਮਕਸਦ ਦੇਗਾ, ਆਪਣਾ ਮਾਇਨਾ ਦੇਗਾ ਔਰ ਉਹਨੂੰ ਬਿਹਤਰ ਤੋਂ ਬਿਹਤਰ ਕਰੇਗਾ। ਇਹ ਦੋ ਚੀਜ਼ਾਂ ਸੀ ਇਹਦੇ ਜਿਹੜੀਆਂ ਮੈਂ ਖਸੂਸੀ ਤੌਰ 'ਤੇ ਸ਼ਾਮਲ ਕੀਤੀਆਂ ਔਰ ਇਹ ਸ਼ੌਹਰੀ ਤੌਰ 'ਤੇ ਕੀਤੀਆਂ ਗਈਆਂ ਸਨ। ਇਹ ਨਹੀਂ ਕਿ ਇਹ ਆਪੇ ਨਹੀਂ ਹੋ ਗਈਆਂ। ਫਿਰ ਇਹਦੇ 'ਚ ਮੈਂ ਪੂਰੀ ਇੱਕ ਕਿਤਾਬ ਦਿੱਤੀ ਹੈ ਔਰ ਉਹ ਕਿਤਾਬ ਦੇ ਵਿੱਚ ਅਲਹਮਦੁਲਿਲਾ ਕੋਈ ਇੱਕ ਵੀ ਮਾਈਆ ਇੰਝ ਦਾ ਨਹੀਂ ਹੈਗਾ ਕਿ ਜਿਹੜਾ ਭਰਤੀ ਦਾ ਹੋਵੇ ਜਾਂ ਜਿਹੜਾ ਕੋਈ ਮਕਸਦ ਨਾ ਦਿੰਦਾ ਹੋਵੇ ਜਾਂ ਜਿਹਦੇ ਵਿੱਚ ਕੋਈ ਮਕਸਦ ਨਾ ਹੋਵੇ, ਕੋਈ ਮਾਨਾ, ਕੋਈ ਮਤਲਬ ਨਾ ਹੋਵੇ, ਕੋਈ ਮੈਸੇਜ ਨਾ ਹੋਵੇ। ਇੰਝ ਦਾ ਕੋਈ ਇੱਕ ਪੂਰੀ ਕਿਤਾਬ ਦੇ ਵਿੱਚ ਕੋਈ ਮਾਈਆ ਨਹੀਂ ਹੈਗਾ। ਅੱਛਾ, ਉਸਤਾਦ ਤਜਮੁਲ ਕਲੀਮ ਦਾ ਜਿਹੜਾ ਜ਼ਾਤੀ ਤੌਰ ਤੇ ਜਿਹੜਾ ਮਿਜ਼ਾਜ ਸੀ, ਤੁਸੀਂ ਤਾਂ ਬੜੇ ਠੰਡੇ ਮਿਜ਼ਾਜ ਦੇ ਹੋ, ਤੇ ਉਹਨਾਂ ਦੇ ਮੁਤਲਕ ਇਹ ਵੀ ਪਤਾ ਲੱਗਿਆ, ਮੁਖਤਲਿਫ ਲੋਕਾਂ ਨੇ ਕਿਹਾ ਹੈ ਕਿ ਜੀ ਉਹ ਬੜੇ ਜਿਹੜੇ ਸੀ ਨਾ ਜਲਾਲੀ ਤਬੀਅਤ ਦੇ ਸਨ ਜਾਂ ਗਲਤ ਗੱਲ ਨਹੀਂ ਸੀ ਬਰਦਾਸ਼ਤ ਕਰਦੇ ਚੀਜ਼ਾਂ। ਤੁਹਾਡਾ ਕੀ ਐਕਸਪੀਰੀਅੰਸ ਰਿਹਾ? ਤਜਮਲ ਸਾਹਿਬ ਹਰ ਕਿਸਮ ਦਾ ਮਿਜ਼ਾਜ ਰੱਖਦੇ ਸਨ। ਹਰ ਬੰਦੇ ਦੇ ਨਾਲ ਜਿਹੜਾ ਨਾ ਜਿਹੋ ਜਿਹਾ ਬੰਦਾ ਹੁੰਦਾ ਸੀ ਨੇ ਤਜਮਲ ਸਾਹਿਬ ਉਂਝ ਦੇ ਹੋ ਜਾਂਦੇ ਸਨ। ਸਟਾਰਟ ਤੋਂ ਤਜਮਲ ਸਾਹਿਬ ਬਹੁਤ ਜ਼ਿਆਦਾ ਗੁੱਸੇ ਵਾਲੇ ਸਨ, ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ ਉਹਨਾਂ ਨੂੰ, ਗੱਲ ਗੱਲ ਦੇ ਉੱਤੇ ਲੜ ਪੈਂਦੇ ਸਨ। ਮਗਰ ਅਲਹਮਦੁਲਿਲਾ ਕਿ ਇਹ ਵੀ ਮੈਨੂੰ ਸ਼ਰਫ ਹਾਸਲ ਹੈ ਕਿ ਉਹਨਾਂ ਦੇ ਇਸ ਗੁੱਸੇ ਨੂੰ ਮੈਂ ਐਸਤਾ ਐਸਤਾ ਜਿਹੜਾ ਹੈ ਨਾ ਕੰਟਰੋਲ ਕਰਵਾਇਆ, ਬਲਕਿ ਨਾਲ ਹੀ ਉਹਨਾਂ ਨੂੰ ਕਹਿੰਦਾ ਰਿਹਾ ਵੀ ਯਾਰ ਇਹ ਇੰਝ ਨਹੀਂ ਕਰਨਾ, ਇਹਦੇ 'ਚ ਕਿਹੜੀ ਏਡੀ ਗੱਲ ਸੀ, ਅਗਰ ਉਹਨੇ ਇਹ ਕਰ ਵੀ ਦਿੱਤੀ ਤਾਂ ਫਿਰ ਕੀ ਸੀ। ਯਾਨੀ ਉਹ ਬਹੁਤ ਗੁੱਸੇ ਵਾਲੇ ਬੰਦੇ ਸਨ। ਮਗਰ ਇਹ ਨਹੀਂ ਕਿ ਉਹ ਸਿਰਫ ਗੁੱਸਾ ਹੀ ਸੀ ਉਹਨਾਂ ਕੋਲ ਪਿਆਰ ਵੀ ਸੀ, ਇਖਲਾਕ ਵੀ ਸੀ, ਹਰ ਚੀਜ਼ ਮੌਜੂਦ ਸੀ। ਜਿਹੋ ਜਿਹਾ ਬੰਦਾ ਹੁੰਦਾ ਸੀ ਉਹੋ ਜਿਹਾ ਉਹ ਵਰਤ ਲੈਂਦੇ ਸਨ। ਅੱਛਾ, ਉਸਤਾਦ ਤਜਮੁਲ ਕਲੀਮ ਨਾਲ ਵੀ ਤੁਹਾਡੀਆਂ ਬੈਠਕਾਂ, ਤੁਹਾਡਾ ਜਨਾਬ ਆਉਣਾ ਜਾਣਾ, ਹੱਸਣਾ ਖੇਡਣਾ ਤੇ ਮੁਸ਼ਾਇਰਿਆਂ ਤੋਂ ਇਲਾਵਾ ਵੀ, ਤੇ ਤੁਸੀਂ ਬੜਾ ਟਾਈਮ ਗੁਜ਼ਾਰਿਆ ਹੈ ਔਰ ਤੁਹਾਡੀ ਤਬੀਅਤ ਵੀ ਬੜੀ ਸੰਜੀਦਾ ਹੈ। ਤੇ ਕੋਈ ਗੱਲਬਾਤ, ਕੋਈ ਐਸਾ ਵਾਕਿਆ ਹੋਵੇ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਇਜਾਜ਼ ਸਾਹਿਬ, ਵਾਕਿਆ ਤੇ ਕਿਉਂਕਿ ਮੇਰੀ ਜ਼ਿੰਦਗੀ ਗੁਜ਼ਰੀ ਹੈ ਉਹਨਾਂ ਨਾਲ, ਤੇ ਅਸੀਂ ਜ਼ਿੰਦਗੀ ਨੂੰ ਇਕੱਠਿਆਂ ਗੁਜ਼ਾਰਿਆ ਨਹੀਂ, ਬਲਕਿ ਮੈਂ ਇਹਨੂੰ ਕਹਾਂਗਾ ਕਿ ਅਸੀਂ ਜ਼ਿੰਦਗੀ ਨੂੰ ਇਕੱਠਿਆਂ ਹੰਢਾਇਆ ਹੈ। ਤੇ ਇਸ ਵਾਸਤੇ ਵਾਕਿਆ ਤੇ ਹਜ਼ਾਰਾਂ ਨੇ। ਤੇ ਇਹ ਇੱਕ ਛੋਟਾ ਜਿਹਾ ਵਾਕਿਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਦਫਾ ਅਸੀਂ ਨਾ, ਮੈਨੂੰ ਅਕਸਰ ਨੀਂਦ ਬਹੁਤ ਜ਼ਿਆਦਾ ਆ ਜਾਂਦੀ ਸੀ, ਮੈਂ ਸੌਂ ਜਾਂਦਾ ਸੀ। ਅਸੀਂ ਮੇਲਾ ਦੇਖਣ ਗਏ, ਬੈੜਵਾਲ ਦਾ ਮੇਲਾ ਸੀ ਲੱਗਾ ਹੋਇਆ, ਤੇ ਉੱਥੋਂ ਵਾਪਸੀ ਆਉਂਦੇ ਪਏ ਸੀ, ਕੋਈ ਤਕਰੀਬਨ ਰਾਤ ਦੇ 2-3 ਵਜੇ ਦਾ ਟਾਈਮ ਸੀ। ਮੋਟਰਸਾਈਕਲ ਮੈਂ ਚਲਾ ਰਿਹਾ ਸੀ, ਤਜਮਲ ਸਾਹਿਬ ਮੇਰੇ ਪਿੱਛੇ ਸਨ ਬੈਠੇ ਹੋਏ। ਤੇ ਉਦੋਂ ਇਹ ਸੜਕ ਜਿਹੜੀ ਸੀ ਨਾ ਬਣੀ ਨਹੀਂ ਸੀ ਹੋਈ, ਇਹ ਟੋਟੇ ਸੀ, ਵਿੱਚ ਕਿਸੇ ਜਗ੍ਹਾ 'ਤੇ ਘੱਟਾ ਵੀ ਬਹੁਤ ਜ਼ਿਆਦਾ ਆ ਜਾਂਦਾ ਸੀ, ਕਿਸੇ ਜਗ੍ਹਾ 'ਤੇ ਸੋਲੰਗ ਆ ਜਾਂਦਾ ਸੀ। ਉਹ ਸੋਲੰਗ 'ਤੇ ਇੱਕ ਜਗ੍ਹਾ 'ਤੇ ਆਏ ਨਾ, ਤੇ ਉਹ ਥੋੜ੍ਹੀ ਜਿਹੀ ਮੋਟਰਸਾਈਕਲ ਥੋੜ੍ਹੀ ਨਾ ਸਪੀਡ ਮਾਰ ਦਿੱਤੀ। ਮੈਂ ਸਪੀਡ ਮਾਰ ਦਿੱਤੀ ਤੇ ਮੇਰੀਆਂ ਅੱਖਾਂ ਬੰਦ ਹੋ ਗਈਆਂ। ਅੱਗੇ ਨਾਲ ਹੀ ਕੋਈ ਅੱਧੇ ਪੌਣਾ ਮੀਲ ਦਾ ਉਹ ਟੋਟਾ ਸੀ, ਅੱਗੇ ਰੇਤਾ ਆਣੀ ਸੀ। ਉਹ ਜਦੋਂ ਰੇਤਾ ਦੇ ਕੋਲ ਕਰਕੇ ਗੱਡੀ ਆਈ ਸਾਡੀ, ਤੇ ਤਜਮਲ ਸਾਹਿਬ ਮੈਨੂੰ ਕਹਿੰਦੇ ਕਿ ਓਏ ਬਾਊ, ਇੱਕੇ ਵਾਰੀ ਉਹਨਾਂ ਮੈਨੂੰ ਇੰਝ ਕਰਕੇ ਕਿਹਾ। ਉਹ ਮੇਰੀ ਵੀ ਅੱਖ ਖੁੱਲੀ। ਉਹਨੇ ਚਿਰ ਨੂੰ ਸਾਡੀ ਮੋਟਰਸਾਈਕਲ ਜਿਹੜੀ ਸੀ ਉਹ ਘੱਟੇ 'ਚ ਵੜ ਚੁੱਕੀ ਸੀ। ਉਹ ਇੱਕ ਵਾਰੀ ਕੋਈ ਐਂ ਗਈ, 2 ਵਾਰੀ ਐਂ ਗਈ, ਉਹ ਅਸੀਂ ਥੱਲੇ ਡਿੱਗ ਪਏ। ਜੈਕਟਾਂ ਅਸਾਂ ਦੋਵਾਂ ਨੇ ਇੱਕੋ ਜਿਹੀਆਂ ਪਾਈਆਂ ਹੋਈਆਂ ਸੀ, ਕਾਲੇ ਰੰਗ ਦੀਆਂ ਨਵੀਆਂ ਜੈਕਟਾਂ ਸਨ, ਸਰਦੀਆਂ ਹਲਕੀਆਂ ਸ਼ੁਰੂ ਹੋਈਆਂ ਸਨ, ਤੇ ਉਹ ਸਾਡੀਆਂ ਘੱਟੇ ਨਾਲ ਸਾਰੀਆਂ ਭਰੀਆਂ ਗਈਆਂ। ਖੈਰ ਵਾਪਸ ਆਏ ਅਸੀਂ ਉੱਥੋਂ, ਉੱਠੇ, ਹਨੇਰਾ ਬਹੁਤ ਜ਼ਿਆਦਾ ਸੀ, ਬਦਾਕਾਂ ਸਾਡੀਆਂ ਥੱਲੇ ਡਿੱਗ ਪਈਆਂ। ਉਹ ਲਭਾ ਕੇ ਅਸੀਂ ਮੋਟਰਸਾਈਕਲ ਸਟਾਰਟ ਕੀਤੀ, ਵਾਪਸ ਆ ਗਏ। ਮੇਰੇ ਕੋਲ ਹੀ ਆਉਣਾ ਸੀ, ਅਸੀਂ ਉੱਥੇ ਕੱਚੀ ਬੈਠਕ ਹੁੰਦੀ ਸੀ, ਉੱਥੇ ਹੀ ਸਮਝਦਾ ਸੀ। ਉਹ ਆਏ ਤੇ ਮੈਨੂੰ ਵੇਖ ਕੇ ਨਾ ਤੇ ਬੜਾ ਹੱਸਣ ਲੱਗ ਪਿਆ, ਬਹੁਤ ਜ਼ਿਆਦਾ ਹੱਸੇ। ਮੈਂ ਹੈਰਾਨ ਪਰੇਸ਼ਾਨ ਇਸ ਗੱਲ 'ਤੇ ਵੀ ਕੀ ਬਣ ਗਿਆ। ਮੈਂ ਕਿਹਾ ਤੁਹਾਨੂੰ ਇੰਨਾ ਹੱਸੀ ਕਿਉਂ ਜਾਂਦੇ ਜੇ? ਕਹਿੰਦਾ ਹੈ ਸ਼ਕਲ ਵੇਖ ਆਪਣੀ। ਮੈਨੂੰ ਯਾਦ ਆ ਗਿਆ ਵੀ ਅਸੀਂ ਘੱਟੇ 'ਚ ਡਿੱਗੇ ਹੋਏ ਹਾਂ। ਮੈਂ ਖੈਰ ਨਾ ਚੁੱਪ ਕਰਕੇ ਅੰਦਰ ਚਲਾ ਗਿਆ। ਅੰਦਰੋਂ ਮੈਂ ਸ਼ੀਸ਼ਾ ਲਿਆਂਦਾ
ਸ਼ੀਸ਼ਾ ਲਿਆ ਕੇ ਤੇ ਮੈਂ ਤਜਮਲ ਸਾਹਿਬ ਨੂੰ ਦਿੱਤਾ। ਮੈਂ ਕਿਹਾ ਜੀ ਜ਼ਰਾ ਇਹ ਵੇਖਿਆ ਜੀ। ਉਹ ਜਦੋਂ ਮੈਂ ਸ਼ੀਸ਼ਾ ਲਿਆ ਕੇ ਦਿੱਤਾ ਤੇ ਉਹ ਵੀ ਬੜੇ ਹੈਰਾਨ ਹੋਏ ਜਦੋਂ ਉਹਨਾਂ ਆਪਦੇ ਆਪ ਨੂੰ ਵੇਖਿਆ। ਫਿਰ ਉਹਨਾਂ ਨੂੰ ਯਾਦ ਆਇਆ ਵੀ ਉਸੇ ਘੱਟੇ 'ਚ ਇਹ ਡਿੱਗਿਆ ਸੀ ਤੇ ਉਸੇ ਘੱਟੇ 'ਚ ਹੀ ਮੈਂ ਡਿੱਗਿਆ ਸਾਂ। ਪਰ ਅਸੀਂ ਖੈਰ ਦੋਵੇਂ ਹੀ ਹੱਸੇ। ਮੈਂ ਕਿਹਾ ਹੁਣ ਠੀਕ ਹੈ? ਕਹਿੰਦਾ ਬਸ ਠੀਕ ਹੈ। ਯਾਨੀ ਇਹੋ ਜਿਹੇ ਵਾਕਿਏ ਸਾਡੇ ਹਜ਼ਾਰਾਂ ਨੇ।